ਸਤਿ ਸ਼੍ਰੀ ਅਕਾਲ ਪੀਐਨਸੀ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੋ ਵੱਡੇ ਐਲਾਨ ਕੀਤੇ ਨੇ ਉਸ ਦੇ ਬਾਰੇ ਪੂਰੀ ਜਾਣਕਾਰੀ ਦੱਸਾਂਗੇ। ਕੈਨੇਡਾ ਵਿੱਚ ਆਉਣ ਵਾਲਿਆਂ ਦੇ ਲਈ ਹਦਾਇਤਾਂ ਦੇ ਵਿੱਚ ਮੁੜ ਤੋਂ ਤਬਦੀਲੀ ਹੋਣ ਜਾ ਰਹੀ ਹੈ। ਆਰਬੀਸੀ ਬੈਂਕ ਵਿੱਚ ਜਾਲੀ ਕਾਗਜ਼ਾਂ ਦੀ ਸਹਾਇਤਾ ਨਾਲ ਲੋਨ ਪਾਸ ਕਰਵਾਉਣ ਦੇ ਲਈ ਸਾਬਕਾ ਮੈਨੇਜਰ ਸਮੇਤ ਹੋਰਾਂ ਦੇ ਉੱਤੇ ਮਾਮਲੇ। ਝੂਠ ਬੋਲ ਕੇ ਸਿਹਤ ਕਾਮੇ ਵਜੋਂ ਕੰਮ ਕਰਨ ਵਾਲੀ ਔਰਤ ਨੂੰ ਸਜ਼ਾ ਸੁਣਾਈ ਗਈ। ਕੈਨੇਡਾ ਸਰਕਾਰ ਦਾ ਇਲੈਕਟ੍ਰਿਕ ਵਾਹਨਾਂ ਸੰਬੰਧੀ ਰੀਬੇਟ ਨੂੰ ਲੈ ਕੇ ਇੱਕ ਹੋਰ ਐਲਾਨ। ਬਰੈਂਪਟਨ ਵਿੱਚ ਟਰੱਕ ਨਾਲ ਇੱਕ ਵਿਅਕਤੀ ਦੀ ਟੱਕਰ, ਵਿਅਕਤੀ ਨੇ ਦਮ ਤੋੜਿਆ। ਸਭ ਤੋਂ ਪਹਿਲੀ ਖਬਰ ਜੋ ਕਿ ਕੈਨੇਡਾ ਦੇ ਵਿੱਚ ਐਲਾਨ ਕੀਤਾ ਗਿਆ ਹੈ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਵੱਲੋਂ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਤੇ ਨਾਲ ਹੀ ਖਾਸ ਤੌਰ ਦੇ ਉੱਤੇ ਜੋ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦਾ ਜੋ ਖਾਸ ਕੋਈ ਡਰਾਅ ਨਹੀਂ ਕੱਢਿਆ ਗਿਆ। ਪਿਛਲੇ ਸਤੰਬਰ ਤੋਂ ਹੁਣ ਤੱਕ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ ਜੋ ਕਿ ਪੀਐਨਪੀ ਅਪਰੂਵਲ ਵਾਲਿਆਂ ਤੋਂ ਬਗੈਰ ਕੋਈ ਹੋਵੇ। ਸਿਰਫ ਪੀਐਨਪੀ ਅਪਰੂਵਲ ਵਾਲਿਆਂ ਦੇ ਡਰਾਅ ਕੱਢੇ ਗਏ ਨੇ। ਸੀਈਸੀ ਕਲਾਸ ਵਾਲੇ ਲੰਮੇ ਚਿਰ ਤੋਂ ਉਡੀਕ ਕਰ ਰਹੇ ਨੇ, ਉਹਨਾਂ ਵਾਸਤੇ ਕੋਈ ਡਰਾਅ ਨਹੀਂ ਆਇਆ। ਤੇ ਨਾਲ ਹੀ ਜੋ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਹੈ ਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਹੈ, ਇਸ ਦੇ ਵਾਸਤੇ ਵੀ ਕੋਈ ਡਰਾਅ ਨਹੀਂ ਆਏ ਜੋ ਕਿ ਹੁਣ ਡਰਾਅ ਹੀ ਨਿਕਲਣਗੇ। ਜੁਲਾਈ ਦੀ ਸ਼ੁਰੂਆਤ ਵਿੱਚ ਇਹ ਡਰਾਅ ਕੱਢੇ ਜਾਣਗੇ, ਜਿਸ ਦੇ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਖਾਸ ਤੌਰ ਦੇ ਉੱਤੇ ਜੋ ਹੁਣ ਪੀਆਰ ਦੀਆਂ ਫਾਈਲਾਂ ਵੀ ਲਗਾਈਆਂ ਜਾਣਗੀਆਂ, ਉਸ ਦੇ ਵਿੱਚ ਫਾਈਲਾਂ ਦੀ ਪ੍ਰਕਿਰਿਆ ਕਰੀਬ 6 ਮਹੀਨੇ ਦੇ ਸਮੇਂ ਵਿੱਚ ਪੂਰੀ ਹੋ ਜਾਵੇਗੀ ਜੋ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਲਗਾਈਆਂ ਜਾਣਗੀਆਂ। ਇਹ ਵੀ ਐਲਾਨ ਕੀਤਾ ਗਿਆ ਤੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਾਈ ਪੂਰੀ ਕਰ ਚੁੱਕੇ ਨੇ ਤੇ ਉਹ ਇਸ ਸਮੇਂ ਓਪਨ ਵਰਕ ਪਰਮਿਟ ਦੇ ਉੱਤੇ ਨੇ, ਪਰ ਉਹਨਾਂ ਦਾ ਵਰਕ ਪਰਮਿਟ ਦਸੰਬਰ 2022 ਤੋਂ ਪਹਿਲਾਂ ਮੁੱਕਣ ਵਾਲਾ ਹੈ ਤਾਂ ਉਹ 18 ਮਹੀਨੇ ਲਈ ਐਕਸਟੈਂਸ਼ਨ ਵੀ ਲੈ ਸਕਦੇ ਨੇ। ਇਸ ਦੇ ਨਾਲ ਹੀ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਨੇ ਤੇ ਉਹ ਕੈਨੇਡਾ ਤੋਂ ਬਾਹਰ ਜੇਕਰ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ। ਨਾ ਸਿਰਫ ਇਹ, ਸਗੋਂ ਫੈਮਿਲੀ ਕਲਾਸ ਦੇ ਵਿੱਚ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਨੇ ਫੈਮਿਲੀ ਸਪਾਂਸਰਸ਼ਿਪ ਦੇ ਵਾਸਤੇ, ਜਿਵੇਂ ਕਿ ਆਪਣੇ ਪਤੀ ਜਾਂ ਪਤਨੀ ਦੀ ਪੀਆਰ ਦੇ ਲਈ ਜਾਂ ਮਾਪਿਆਂ ਦੀ ਪੀਆਰ ਲਈ, ਜੋ ਕਿ ਕੈਨੇਡਾ ਤੋਂ ਬਾਹਰਲੇ ਮੁਲਕ ਵਿੱਚ ਜੇਕਰ ਮੌਜੂਦ ਹੋਵੇ ਤਾਂ ਉਸ ਨੂੰ ਓਪਨ ਵਰਕ ਪਰਮਿਟ ਦੇ ਉੱਤੇ ਉਹ ਬੁਲਾ ਸਕਦੇ ਨੇ ਜਿੰਨਾ ਚਿਰ ਫਾਈਲ ਦੀ ਪ੍ਰਕਿਰਿਆ ਚੱਲ ਰਹੀ ਹੋਵੇ। ਤੇ ਇਸ ਦੇ ਬਾਰੇ ਹੋਰ ਵਿਸਥਾਰ ਵਿੱਚ ਜਾਣਕਾਰੀ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਹੋ ਜੋ ਮੁੱਖ ਐਲਾਨ ਕੀਤੇ ਗਏ ਨੇ। ਇਸ ਦੇ ਬਾਰੇ ਜੇਕਰ ਕੋਈ ਵੀ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਤਾਂ ਉਧਰ ਜਿਵੇਂ ਇਸ ਸਮੇਂ ਕੋਵਿਡ-19 ਦੇ ਮਾਮਲੇ ਕਾਫੀ ਘੱਟ ਸਾਹਮਣੇ ਆ ਰਹੇ ਨੇ, ਹਾਲਾਤ ਕਾਫੀ ਪਹਿਲਾਂ ਨਾਲੋਂ ਸੁਧਰ ਚੁੱਕੇ ਨੇ, ਤਾਂ ਇਸੇ ਨੂੰ ਲੈ ਕੇ ਜੋ ਹਦਾਇਤਾਂ ਨੇ ਉਹ ਵੀ ਹਟਾਈਆਂ ਜਾ ਰਹੀਆਂ ਨੇ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ 25 ਤੋਂ ਕਈ ਸਖਤ ਹਦਾਇਤਾਂ ਨੂੰ ਹੋਰ ਹਟਾਇਆ ਜਾ ਰਿਹਾ ਹੈ। ਜਿਹੜੇ ਕੈਨੇਡਾ ਵਿੱਚ ਟਰੈਵਲ ਕਰਕੇ ਆਉਂਦੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਲਈ ਹਦਾਇਤਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਹੋਏ ਉਹ ਜੋ ਟੈਸਟ ਕਰਵਾਉਂਦੇ ਨੇ ਉਹ ਵੀ ਉਹਨਾਂ ਨੂੰ ਅੱਗੇ ਇਸੇ ਤਰ੍ਹਾਂ ਕਰਵਾਉਣਾ ਪਵੇਗਾ, ਪਰ ਜੋ ਟੀਕੇ ਜਿਨ੍ਹਾਂ ਨੇ ਲਗਵਾਏ ਹੋਏ ਨੇ ਉਹਨਾਂ ਨੂੰ ਟੈਸਟ ਕਰਵਾਉਣ ਦੇ ਲਈ ਜਾਂ ਫਿਰ ਕੁਆਰੰਟਾਈਨ ਪਲਾਨ ਦੇ ਬਾਰੇ ਨਹੀਂ ਪੁੱਛਿਆ ਜਾਵੇਗਾ। ਨਾ ਸਿਰਫ ਇਹ, ਸਗੋਂ ਜੋ ਛੋਟੇ ਬੱਚੇ ਨੇ ਜੇਕਰ ਉਹਨਾਂ ਨੇ ਟੀਕੇ ਨਹੀਂ ਲਗਵਾਏ ਹੋਏ ਪਰ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਨੇ ਟੀਕੇ ਲਗਵਾਏ ਹੋਏ ਨੇ ਤਾਂ ਉਹਨਾਂ ਨੂੰ ਵੀ ਛੋਟ ਹੋਵੇਗੀ ਕਿ ਉਹਨਾਂ ਨੂੰ ਜੋ ਕੈਨੇਡਾ ਵਿੱਚ ਆ ਕੇ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਪਰ ਜੋ ਵੱਡੇ ਨੇ ਤੇ ਉਹਨਾਂ ਨੇ ਟੀਕੇ ਨਹੀਂ ਲਗਵਾਏ ਹੋਏ ਉਹਨਾਂ ਵਾਸਤੇ ਹਜੇ ਉਸੇ ਤਰ੍ਹਾਂ ਰਹੇਗਾ ਜੋ ਇਹ ਤਬਦੀਲੀਆਂ ਕੀਤੀਆਂ ਗਈਆਂ ਨੇ। ਇਸ ਦੇ ਬਾਰੇ ਹੋਰ ਜਾਣਕਾਰੀ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ। ਸ਼ੁੱਕਰਵਾਰ ਨੂੰ ਫੈਡਰਲ ਸਰਕਾਰ ਵੱਲੋਂ ਖਬਰ ਜਾਰੀ ਕੀਤੀ ਗਈ ਹੈ ਕਿ 25 ਅਪ੍ਰੈਲ ਤੋਂ ਕੁਝ ਯੋਗ ਯਾਤਰੀਆਂ ਲਈ ਜਨਤਕ ਸਿਹਤ ਸੇਵਾਵਾਂ ਨੂੰ ਸੌਖਾ ਕੀਤਾ ਜਾਵੇਗਾ। ਫੈਡਰਲ ਸਰਕਾਰ ਵੱਲੋਂ ਕੈਨੇਡਾ 'ਚ ਪਹੁੰਚ ਰਹੇ ਯਾਤਰੀਆਂ ਲਈ ਕੋਵਿਡ-19 ਦੇ ਸਰਹੱਦੀ ਕਾਨੂੰਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਪਰ ਉੱਥੇ ਹੀ ਜਨਤਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਘਰੇਲੂ ਯਾਤਰਾ ਲਈ ਜਹਾਜ਼ਾਂ ਅਤੇ ਵੈਕਸੀਨ ਦੇ ਆਦੇਸ਼ਾਂ ਤੇ ਮਾਸਕ ਪਾਉਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕਿਸੇ ਵੀ ਹਾਲ 'ਚ ਪਿੱਛੇ ਨਹੀਂ ਹਟੇਗੀ। ਜਿਹੜੇ ਯਾਤਰੀਆਂ ਨੇ ਵੈਕਸੀਨ ਦੇ ਦੋਵੇਂ ਇੰਜੈਕਸ਼ਨਸ ਲਵਾਏ ਹੋਏ ਨੇ ਉਹਨਾਂ ਨੂੰ ਕੈਨੇਡਾ 'ਚ ਆਉਣ ਤੋਂ ਬਾਅਦ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਹੀ 5 ਤੋਂ 11 ਸਾਲ ਦੇ ਬੱਚਿਆਂ ਲਈ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਜਾਂ ਸਿਰਫ ਇੱਕ ਡੋਜ਼ ਹੀ ਲੱਗੀ ਹੈ ਪਰ ਉਹਨਾਂ ਦੇ ਮਾਪਿਆਂ ਦੇ ਵੈਕਸੀਨ ਦੇ ਦੋਵੇਂ ਡੋਜ਼ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੇ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਸਿਹਤ ਮੰਤਰੀ ਜੀਨ ਯੂਐਸ ਡਕਲੋਸ ਨੇ ਕਿਹਾ ਹੈ ਕਿ ਕੈਨੇਡੀਅਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹਮੇਸ਼ਾ ਤੋਂ ਸਾਡੀ ਪ੍ਰਮੁੱਖ ਤਰਜੀਹ ਰਹੀ ਹੈ
ਅਤੇ ਜਿਵੇਂ ਹੀ ਵੈਕਸੀਨ ਦੇ ਪੱਧਰ ਤੇ ਸਿਹਤ ਸੰਬੰਧੀ ਸੇਵਾਵਾਂ 'ਚ ਹੋਰ ਸੁਧਾਰ ਹੁੰਦਾ ਹੈ, ਅਸੀਂ ਵਿਗਿਆਨ ਦੇ ਆਧਾਰ ਤੇ ਸਰਹੱਦਾਂ ਤੇ ਲੱਗੀ ਪਾਬੰਦੀਆਂ ਨੂੰ ਹੋਰ ਸੌਖਾ ਬਣਾਉਣ ਤੇ ਵਿਚਾਰ ਕਰਦੇ ਰਹਾਂਗੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਅਗਲੇ ਹਫ਼ਤੇ ਤੱਕ ਲੋਕਾਂ ਲਈ ਕਈ ਹੋਰ ਉਪਾਅ ਵੀ ਖਤਮ ਕੀਤੇ ਜਾਣਗੇ ਅਤੇ ਕੈਨੇਡਾ 'ਚ ਦਾਖਲ ਹੋਣ ਤੋਂ ਬਾਅਦ 14 ਦਿਨਾਂ ਤੱਕ ਹੁਣ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਜਨਤਕ ਥਾਵਾਂ ਤੇ ਮਾਸਕ ਪਾਉਣ ਦੀ ਜਾਂ ਨਜ਼ਦੀਕੀ ਸੰਪਰਕਾਂ ਅਤੇ ਕਿਸੇ ਵੀ ਸਥਾਨ ਤੇ ਜਾਣ ਤੇ ਸੂਚੀ ਬਣਾਉਣ ਦੀ ਲੋੜ ਨਹੀਂ ਹੋਵੇਗੀ। ਪਰ ਜਿੱਥੇ ਹੀ ਸਰਕਾਰ ਕੈਨੇਡਾ 'ਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਇਹਨਾਂ ਪਾਬੰਦੀਆਂ ਨੂੰ ਖਤਮ ਕਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਜਹਾਜ਼ਾਂ 'ਚ ਅਤੇ ਰੇਲਾਂ ਦੇ ਸਫ਼ਰ 'ਚ ਮਾਸਕ ਪਾਉਣਾ ਅਜੇ ਵੀ ਲਾਜ਼ਮੀ ਹੋਵੇਗਾ। ਇਸ ਤੋਂ ਨਾਲ ਹੀ ਅੱਗੇ ਜਾਣਕਾਰੀ, ਜੋ ਇੱਕ ਔਰਤ ਦੇ ਉੱਤੇ ਇਲਜ਼ਾਮ ਲੱਗੇ ਸੀ ਉਸ ਨੂੰ ਕਾਬੂ ਕੀਤਾ ਗਿਆ ਸੀ, ਜੋ ਕਿ ਝੂਠ ਬੋਲ ਕੇ ਸਿਹਤ ਕਾਮੇ ਵਜੋਂ ਕੰਮ ਕਰ ਰਹੀ ਸੀ, ਜਿਸ ਨੂੰ ਕਿ ਹੁਣ ਸਜ਼ਾ ਸੁਣਾਈ ਗਈ ਹੈ। ਦ ਗੈਟਿਨੋ ਕਿਊਬਿਕ ਦੀ ਰਹਿਣ ਵਾਲੀ ਇੱਕ ਔਰਤ ਨੂੰ ਓਟਵਾ ਦੇ ਦੰਦਾਂ ਤੇ ਮੈਡੀਕਲ ਕਲੀਨਿਕ 'ਚ ਜਾਲੀ ਨਰਸ ਵਜੋਂ ਕੰਮ ਕਰਨ ਲਈ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੁੱਕਰਵਾਰ ਨੂੰ ਓਟਵਾ ਕੋਰਟ ਹਾਊਸ 'ਚ ਮੁਲਜ਼ਮ ਔਰਤ ਬ੍ਰਿਜਿਟ ਕਲੇਰੌਕਸ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਧੋਖਾਧੜੀ ਤੇ ਨਕਲ ਕਰਨਾ, ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮਾਂ ਦੇ ਤਹਿਤ 7 ਸਾਲ ਦੀ ਸਜ਼ਾ ਸੁਣਾਈ ਗਈ। ਤੱਥਾਂ ਦੇ ਆਧਾਰਿਤ ਬਿਆਨਾਂ ਮੁਤਾਬਕ ਦੋਸ਼ੀ ਕਲੇਰੌਕਸ ਓਟਵਾ 'ਚ ਨੌਕਰੀ ਦੀ ਭਾਲ ਲਈ ਇੱਕ ਅਸਲੀ ਨਰਸ ਦਾ ਨਾਮ ਵਰਤ ਰਹੀ ਸੀ, ਜੋ ਕਿ ਵੈਨਕੂਵਰ ਦੇ ਵਿੱਚ ਕੰਮ ਕਰਦੀ ਹੈ। ਕਲੇਰੌਕਸ ਨੇ ਓਟਵਾ ਫਰਟੀਲਿਟੀ ਕਲੀਨਿਕ 'ਚ 26 ਜੁਲਾਈ ਤੋਂ ਲੈ ਕੇ 11 ਅਗਸਤ 2021 ਤੱਕ ਝੂਠੀ ਨਰਸ ਵਜੋਂ ਕੰਮ ਕੀਤਾ, ਜਿੱਥੇ ਕਲੇਰੌਕਸ ਦਾ ਕੰਮ ਮਰੀਜ਼ਾਂ ਨੂੰ ਟੀਕੇ ਲਾਉਣਾ ਤੇ ਦਵਾਈਆਂ ਦੇਣਾ ਸੀ। ਜਾਣਕਾਰੀ ਮੁਤਾਬਕ ਫਰਟੀਲਿਟੀ ਕਲੀਨਿਕ 'ਚ ਮਰੀਜ਼ਾਂ ਨਾਲ ਪੇਸ਼ ਆਉਣ ਦੇ ਵਤੀਰੇ ਨੂੰ ਵੇਖਦੇ ਹੋਏ ਇੱਕ ਨਰਸ ਦੀ ਕਲੇਰੌਕਸ ਨਾਲ ਬਹਿਸ ਹੋ ਗਈ ਸੀ, ਜਿਸ ਦੇ ਨਤੀਜੇ ਵਜੋਂ ਨਰਸ ਨੇ ਕਲੇਰੌਕਸ ਖਿਲਾਫ ਓਨਟਾਰੀਓ ਦੇ ਨਰਸਿੰਗ ਕਾਲਜ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ। ਦੋਸ਼ੀ ਤੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਸਪਤਾਲ 'ਚ 1 ਸਾਲ ਲਈ ਨਰਸ ਵਜੋਂ ਕੰਮ ਕਰਨ ਦੇ ਵੀ ਦੋਸ਼ ਲੱਗੇ ਨੇ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਵੱਲੋਂ ਸਮੇਂ-ਸਮੇਂ ਤੇ ਰਜਿਸਟਰਡ ਨਰਸਾਂ ਦੀ ਆਈਡੀ ਤੇ ਅਲੱਗ-ਅਲੱਗ ਨਾਮ ਵਰਤੇ ਗਏ, ਜੋ ਕਿ ਝੂਠ ਤੇ ਧੋਖਾਧੜੀ ਨਾਲ ਪ੍ਰਾਪਤ ਕੀਤੇ ਹੋਏ ਸੀ। ਕੈਨੇਡਾ ਸਰਕਾਰ ਵੱਲੋਂ ਜੋ ਵਾਤਾਵਰਣ ਦੇ ਅਨੁਕੂਲ ਕਦਮ ਚੁੱਕੇ ਜਾਣ ਦੇ ਬਾਰੇ ਵੱਖੋ-ਵੱਖਰੇ ਪੱਧਰ ਦੇ ਉੱਤੇ ਦਾਅਵੇ ਕੀਤੇ ਜਾ ਰਹੇ ਨੇ, ਇਸੇ ਨੂੰ ਲੈ ਕੇ ਇੱਕ ਤਾਜ਼ਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਜੋ ਹੋਰ ਗੱਡੀਆਂ ਵੀ ਹੋਣਗੀਆਂ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਰੀਬੇਟ ਦੇ ਵਾਸਤੇ ਉਸ ਵਾਸਤੇ ਜਿਹੜਾ ਇਹ ਐਲਾਨ ਹੋਇਆ। ਇਸ ਰਿਪੋਰਟ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ। ਕੈਨੇਡਾ 'ਚ ਫੈਡਰਲ ਸਰਕਾਰ ਵੱਲੋਂ ਵੱਡੇ ਵਾਹਨਾਂ ਜਿਵੇਂ ਕਿ ਵੈਨਾਂ, SUVs ਅਤੇ ਟਰੱਕਾਂ ਨੂੰ ਸ਼ਾਮਿਲ ਕਰਨ ਲਈ ਆਪਣੇ ਇਲੈਕਟ੍ਰਿਕ ਵਾਹਨ ਛੋਟ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ 'ਚ ਇਹ ਵਾਹਨ ਪਹਿਲਾਂ ਯੋਗਤਾ ਦੇ ਆਧਾਰ ਤੇ ਨਹੀਂ ਸੀ। 2019 'ਚ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਵਾਹਨਾਂ ਲਈ $5,000 ਅਤੇ ਹਾਈਬ੍ਰਿਡ ਵਾਹਨਾਂ ਲਈ $2,500 ਦੀ ਛੋਟ ਦੀ ਪੇਸ਼ਕਸ਼ ਕਰਦਾ ਹੈ, ਪਰ ਉੱਥੇ ਹੀ ਇਸ ਪ੍ਰੋਗਰਾਮ 'ਚ ਇੱਕ ਵਾਹਨ ਦੀ ਖਰੀਦ ਤੇ $55,000 ਦੀ ਕੀਮਤ ਸੀਮਾ ਸੀ। ਅਗਲੇ ਹਫ਼ਤੇ ਕਾਰਾਂ ਲਈ ਇਹ ਕੀਮਤ ਵਧਾ ਕੇ $56,000 ਕੀਤੀ ਜਾ ਰਹੀ ਹੈ ਅਤੇ ਨਵੀਂ ਸ਼੍ਰੇਣੀ ਦੇ ਵੱਡੇ ਵਾਹਨਾਂ ਲਈ $70,000 ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਪ੍ਰੋਗਰਾਮ ਦੇ ਵਿਸਥਾਰ ਦਾ ਐਲਾਨ ਇਸ ਮਹੀਨੇ ਦੇ ਬਜਟ 'ਚ ਕੀਤਾ ਗਿਆ ਸੀ, ਪਰ ਟਰਾਂਸਪੋਰਟ ਮੰਤਰੀ ਓਮਰ ਅਲ-ਕਬਰਾ ਵੱਲੋਂ ਸ਼ੁੱਕਰਵਾਰ ਨੂੰ ਨਵੇਂ ਵੇਰਵਿਆਂ ਦਾ ਐਲਾਨ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੈਂ ਜਿਸ ਇਨਸੈਂਟਿਵ ਪ੍ਰੋਗਰਾਮ ਦੇ ਵਿਸਥਾਰ ਦਾ ਅੱਜ ਐਲਾਨ ਕਰ ਰਿਹਾ ਹਾਂ, ਉਸ ਨਾਲ ਕੈਨੇਡੀਅਨ ਲੋਕਾਂ ਨੂੰ ਵਾਹਨ ਖਰੀਦਣ ਜਾਂ ਲੀਜ਼ ਦੇ ਵਾਹਨ ਲੈਣ ਦਾ ਮੌਕਾ ਪ੍ਰਦਾਨ ਹੋਵੇਗਾ। ਬਜਟ ਦੇ ਵਿੱਚ ਪ੍ਰੋਗਰਾਮ ਨੂੰ 2025 ਤੱਕ ਜਾਰੀ ਰੱਖਣ ਲਈ $1.7 ਬਿਲੀਅਨ ਅਲਾਟ ਕੀਤੇ ਗਏ ਨੇ, ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਦੇ ਦਾਇਰੇ ਨੂੰ ਹੋਰ ਵਧਾਇਆ ਜਾ ਸਕੇ। ਇਸ ਨਾਲ ਅਗਲੀ ਖਬਰ ਕਿ ਜੋ GTA ਖੇਤਰ ਵਿੱਚ RBC ਬੈਂਕ ਦੇ ਸਾਬਕਾ ਮੈਨੇਜਰ ਸਮੇਤ ਹੋਰਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਇੱਕ ਫਰਾਡ ਨੂੰ ਅੰਜਾਮ ਦਿੱਤਾ ਹੈ, ਲੋਨ ਪਾਸ ਕਰਵਾਏ ਨੇ ਜਾਲੀ ਕਾਗਜ਼ ਬਣਵਾ ਕੇ। ਗ੍ਰੇਟਰ ਟੋਰਾਂਟੋ ਏਰੀਆ 'ਚ 1 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਕਰੋੜਾਂ ਡਾਲਰਾਂ ਦੀ ਧੋਖਾਧੜੀ ਵਾਲੀ ਲੋਨ ਸਕੀਮ ਦੇ ਮਾਮਲੇ 'ਚ 4 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਗੰਭੀਰ ਧੋਖਾਧੜੀ ਦਫ਼ਤਰ ਤੋਂ ਜਨਵਰੀ 2021 'ਚ ਸ਼ੁਰੂ ਕੀਤੀ ਗਈ, ਜੋ ਕਿ ਰਾਇਲ ਬੈਂਕ ਆਫ ਕੈਨੇਡਾ ਦੇ ਸਾਬਕਾ ਵਪਾਰ ਮੈਨੇਜਰ ਤੇ ਟਿਕੀ ਹੋਈ ਸੀ। ਪੁਲਿਸ ਮੁਤਾਬਕ ਸਾਬਕਾ ਮੈਨੇਜਰ ਵੱਲੋਂ ਧੋਖਾਧੜੀ ਵਾਲੀ ਇਸ ਲੋਨ ਸਕੀਮ 'ਚ ਲੋਕਾਂ ਨੂੰ ਇਸ ਜਾਲ 'ਚ ਫਸਾਉਣ ਲਈ ਆਪਣੇ ਸਹਿਯੋਗੀਆਂ ਤੋਂ ਵੀ ਮਦਦ ਲਈ ਗਈ। ਇਸ ਮਾਮਲੇ ਦੌਰਾਨ ਦੋਸ਼ੀਆਂ ਵੱਲੋਂ ਜਾਲੀ ਬੈਂਕ ਦਸਤਾਵੇਜ਼ ਬਣਾਏ ਗਏ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਦੇ ਸਾਰੇ ਲੋਨ ਸਵੀਕਾਰ ਕੀਤੇ ਜਾਣਗੇ, ਝੂਠੇ ਲੀਜ਼ ਸਮਝੌਤੇ ਤੇ ਚਲਾਨ ਵੀ ਬਣਾਏ ਗਏ ਸੀ। ਮਾਮਲੇ ਦੀ ਜਾਂਚ ਕਰ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਨਜ਼ੂਰ ਕੀਤੇ ਗਏ ਕਰਜ਼ਿਆਂ ਦੇ ਫੰਡ ਕਈ ਵੈਂਡਰਾਂ ਨੂੰ ਵੰਡੇ ਗਏ ਸੀ, ਜੋ ਕਿ ਮੈਨੇਜਰ ਨਾਲ ਸਿੱਧਾ ਤਾਲੁਕਾਤ ਰੱਖਦੇ ਨੇ। ਸ਼ੁੱਕਰਵਾਰ ਨੂੰ ਪੁਲਿਸ ਨੇ ਖਬਰ ਜਾਰੀ ਕਰਕੇ ਕਿਹਾ ਕਿ ਲਗਭਗ $10.5 ਮਿਲੀਅਨ ਵੰਡੇ ਗਏ, ਜਿੱਥੇ ਲੋਨ ਲੈਣ ਵਾਲੇ ਲੋਕਾਂ ਨੂੰ ਇਸ ਦਾ ਛੋਟਾ ਹਿੱਸਾ ਹੀ ਪ੍ਰਾਪਤ ਹੋਇਆ ਸੀ, ਜਦੋਂ ਕਿ ਬਾਕੀ ਦਾ ਹਿੱਸਾ, ਜੋ ਕੰਮ ਕਦੇ ਪੂਰਾ ਨਹੀਂ ਹੋਇਆ, ਵੈਂਡਰਾਂ ਦੇ ਕੋਲ ਚਲੇ ਗਿਆ।
ਜਾਂਚ ਦੇ ਨਤੀਜੇ ਵਜੋਂ ਪੁਲਿਸ ਵੱਲੋਂ 4 GTA ਨਿਵਾਸੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚ 37 ਸਾਲਾਂ ਦਾ ਡਿਲਨ ਨਾਨਾਵਤੀ, 25 ਸਾਲਾਂ ਦਾ ਆਕਾਸ਼ ਮੋਹਨ, 29 ਸਾਲਾਂ ਦਾ ਨਿਕਸਨ ਕਲਾਈਮਾਥੀਅਨ ਅਤੇ 26 ਸਾਲਾਂ ਦਾ ਜੋਨਸਟਨ ਅੰਮ੍ਰਿਤ ਰਤਨਮ ਸ਼ਾਮਲ ਹੈ। ਕੈਨੇਡਾ ਦੇ ਕ੍ਰਿਮੀਨਲ ਕੋਡ ਦੇ ਤਹਿਤ ਦੋਸ਼ੀਆਂ ਤੇ $5000 ਦੀ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਮੁਲਜ਼ਮ ਨਾਨਾਵਤੀ ਤੇ ਜਾਲੀ ਦਸਤਾਵੇਜ਼ ਬਣਾਉਣ ਦੇ ਵੀ ਦੋਸ਼ ਲੱਗੇ ਹਨ। ਹਾਲਾਂਕਿ ਅਦਾਲਤ ਦੇ ਵਿੱਚ ਅਜੇ ਇਹ ਦੋਸ਼ ਸਾਬਿਤ ਨਹੀਂ ਕੀਤੇ ਗਏ। SFO ਨੇ ਕਿਹਾ ਹੈ ਕਿ ਉਹ ਅਦਾਲਤੀ ਪ੍ਰਕਿਰਿਆ ਦੇ ਅਖੰਡਤਾ ਦੀ ਰੱਖਿਆ ਲਈ ਇਸ ਮਾਮਲੇ ਤੇ ਫਿਲਹਾਲ ਹੋਰ ਕੋਈ ਟਿੱਪਣੀ ਨਹੀਂ ਕਰੇਗਾ। ਅੱਗੇ ਜਾਣਕਾਰੀ ਜੋ ਬਰੈਂਪਟਨ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਟਰੱਕ ਦੇ ਨਾਲ ਇੱਕ ਤੁਰੇ ਜਾਂਦੇ ਵਿਅਕਤੀ ਦੀ ਟੱਕਰ ਹੋ ਗਈ, ਜਿਸ ਨੇ ਕਿ ਦਮ ਤੋੜ ਦਿੱਤਾ। ਬਰੈਂਪਟਨ ਵਿੱਚ ਵੀਰਵਾਰ ਦੀ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਤੁਰੇ ਜਾਂਦੇ ਵਿਅਕਤੀ ਦੀ ਜੋ ਟਰੱਕ ਦੇ ਨਾਲ ਟੱਕਰ ਹੋਈ ਤੇ ਉਸ ਵਿਅਕਤੀ ਨੇ ਦਮ ਤੋੜ ਦਿੱਤਾ। ਪੀਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਵਿੱਚ ਵੀਰਵਾਰ ਦੀ ਸ਼ਾਮ ਨੂੰ 6:30 ਵਜੇ ਦੇ ਨੇੜੇ ਦਾ ਸਮਾਂ ਸੀ, ਜਦੋਂ ਕੈਨਡੀ ਰੋਡ ਨਾਰਥ ਦੇ ਹਿੱਸੇ ਵਿੱਚ ਇਹ ਹਾਦਸਾ ਵਾਪਰਿਆ। ਐਮਰਜੈਂਸੀ ਟੀਮ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਉੱਥੇ ਇੱਕ 70 ਸਾਲ ਦੀ ਉਮਰ ਦੇ ਨੇੜੇ ਦਾ ਵਿਅਕਤੀ ਮੌਜੂਦ ਸੀ, ਜੋ ਕਿ ਕਾਫੀ ਗੰਭੀਰ ਹਾਲਤ ਵਿੱਚ ਸੀ, ਜੋ ਕਿ ਤੁਰਿਆ ਜਾ ਰਿਹਾ ਸੀ ਤੇ ਉਸ ਦੇ ਨਾਲ ਟਰੱਕ ਦੀ ਟੱਕਰ ਹੋਈ, ਜਿਸ ਨੂੰ ਮੌਕੇ ਦੇ ਉੱਤੇ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਟਰੱਕ ਜਿਸ ਦੇ ਨਾਲ ਉਸਦੀ ਟੱਕਰ ਹੋਈ ਸੀ, ਉਸ ਦੇ ਵਿੱਚ ਜੋ ਡਰਾਈਵਰ ਮੌਜੂਦ ਸੀ ਉਹ ਮੌਕੇ ਦੇ ਉੱਤੇ ਮੌਜੂਦ ਰਿਹਾ। ਉਸਨੇ ਜਾਂਚ ਵਾਸਤੇ ਸਹਿਯੋਗ ਦਿੱਤਾ। ਇੰਟਰਸੈਕਸ਼ਨ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੰਮੇ ਸਮੇਂ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਹਾਦਸੇ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਤੇ ਨਾ ਹੀ ਮ੍ਰਿਤਕ ਦੀ ਪਛਾਣ ਨੂੰ ਜਨਤਕ ਕੀਤਾ ਗਿਆ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਅੱਜ ਦੇ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ।